ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਸਵਾਗਤ ਹੈ NRI ਵਰਡ ਦੇ ਵਿੱਚ। ਅਸੀਂ ਅੱਜ ਗੱਲ ਕਰਾਂਗੇ ਡੈਮੋਕ੍ਰੇਸੀ ਅਮਰੀਕਨ ਪੁਆਇੰਟ ਆਫ ਵਿਊ ਤੋਂ, ਕਿਉਂਕਿ ਦੁਨੀਆ ਦੇ ਵਿੱਚ ਜਦੋਂ ਵੀ ਅਸੀਂ ਦੇਖਦੇ ਹਾਂ ਡੈਮੋਕ੍ਰੇਸੀ ਦੇ ਉੱਤੇ ਕਾਫੀ ਜ਼ਿਆਦਾ ਚਰਚਾ ਹੁੰਦੀ ਹੈ ਔਰ ਅਮਰੀਕਾ ਹਮੇਸ਼ਾ ਫਰੀडम ਦੀ ਗੱਲ ਕਰਦਾ ਹੈ। ਸੋ ਫਰੀडम ਕੀ ਹੈ, ਡੈਮੋਕ੍ਰੇਸੀ ਕੀ, ਆਪਸ ਦੇ ਵਿੱਚ ਕੀ ਰਿਲੇਸ਼ਨ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇੱਕ ਐਗਜ਼ਾਮਪਲ ਹੈ, ਐਰੋਪਲੇਨ ਉਡਾਉਣ ਵਾਸਤੇ ਪਾਇਲਟ ਚਾਹੀਦਾ ਹੈ। ਕਿਸ ਨੂੰ ਸਿਲੈਕਟ ਕੀਤਾ ਜਾਏਗਾ? ਜੋ ਕਾਬਿਲ ਹੈ ਟੈਕਨੀਕਲੀ, ਜਿਸ ਨੂੰ ਪੂਰਾ ਐਕਸਪੀਰੀਅੰਸ ਹੈ, ਜਿਸ ਨੇ ਪੂਰੀ ਟ੍ਰੇਨਿੰਗ ਲਿੱਤੀ ਹੋਈ ਹੈ ਤਾਂ ਕਿ ਉਹ ਹਵਾਈ ਜਹਾਜ਼ ਨੂੰ ਚੰਗੀ ਤਰ੍ਹਾਂ ਉਡਾ ਸਕੇ। ਪਰ ਜੇ ਅਸੀਂ ਵੋਟਿੰਗ ਕਰ ਲਈਏ, 10 ਬੰਦਿਆਂ ਵਿੱਚੋਂ ਇੱਕ ਨੂੰ ਚੁਣਨਾ ਹੈ ਤਾਂ ਵੋਟਾਂ ਪਾ ਕੇ ਚੁਣੀਏ ਔਰ ਉਹ ਬੰਦਾ ਚੁਣਿਆ ਜਾਵੇ ਜਿਹਨੂੰ ਪਲੇਨ ਉਡਾਉਣਾ ਹੀ ਨਹੀਂ ਆਉਂਦਾ, ਜਿਹਨੇ ਕੋਈ ਟ੍ਰੇਨਿੰਗ ਨਹੀਂ ਲਿੱਤੀ, ਜੋ ਪਾਇਲਟ ਨਹੀਂ ਹੈ, ਜਿਸ ਨੂੰ ਪਲੇਨ ਬਾਰੇ ਕੋਈ ਨੌਲੇਜ ਨਹੀਂ, ਪਲੇਨ ਨੂੰ ਕਿਵੇਂ ਉਡਾਉਣਾ ਹੈ ਕੋਈ ਨੌਲੇਜ ਨਹੀਂ, ਤੇ ਉਹਨੂੰ ਅਸੀਂ ਸਿਲੈਕਟ ਕਰ ਲਿਆ, ਚੁਣ ਲਿਆ ਕਿਉਂਕਿ ਉਹਨੇ ਸਭ ਤੋਂ ਜ਼ਿਆਦਾ ਵੋਟਾਂ ਲੈ ਲਈਆਂ। ਸੋ ਪਾਇਲਟ ਰਹਿ ਗਿਆ, ਜੋ ਪਾਇਲਟ ਨਹੀਂ ਹੈ ਉਹ ਵੋਟਾਂ ਦੇ ਬੇਸ ਦੇ ਉੱਤੇ ਜਿੱਤ ਗਿਆ। ਉਹਨੇ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਜਿਤਾ ਲਿਆ, ਕਿਸੇ ਵੀ ਤਰ੍ਹਾਂ ਉਹਨੇ ਵੋਟਾਂ ਹਾਸਿਲ ਕਰ ਲਈਆਂ। ਹੁਣ ਜੇ ਉਹ ਬੰਦਾ ਪਲੇਨ ਉਡਾਏਗਾ ਤੇ ਪਲੇਨ ਨੂੰ ਕ੍ਰੈਸ਼ ਕਰੇਗਾ। ਠੀਕ ਉਸੇ ਤਰ੍ਹਾਂ ਜੇ ਅਸੀਂ ਦੇਸ਼ ਨੂੰ ਚਲਾਉਣ ਵਾਸਤੇ ਉਸ ਬੰਦੇ ਨੂੰ ਨਹੀਂ ਚੁਣਿਆ ਜੋ ਕਾਬਿਲ ਹੈ, ਜਿਸ ਕੋਲ ਟ੍ਰੇਨਿੰਗ ਹੈ, ਜਿਸ ਕੋਲ ਐਕਸਪੀਰੀਅੰਸ ਹੈ, ਔਰ ਉਸਨੂੰ ਹਰਾ ਦਿੱਤਾ ਅਸੀਂ ਇਲੈਕਸ਼ਨਸ ਦੇ ਵਿੱਚ, ਉਹ ਵੋਟਾਂ ਦੇ ਵਿੱਚ ਹਾਰ ਗਿਆ, ਤੇ ਉਸ ਬੰਦੇ ਨੂੰ ਅਸੀਂ ਦੇਸ਼ ਚਲਾਉਣ ਦੇ ਦਿੱਤਾ, ਦੇਸ਼ ਚਲਾਉਣ ਵਾਸਤੇ ਉਸਨੂੰ ਪਾਇਲਟ ਦੀ ਸੀਟ ਤੇ ਬਿਠਾ ਦਿੱਤਾ, ਜੋ ਵੋਟਾਂ ਦੇ ਸਿਰ ਦੇ ਉੱਤੇ ਜਿੱਤ ਗਿਆ ਪਰ ਉਹਨੂੰ ਦੇਸ਼ ਬਾਰੇ ਕੁਝ ਨਹੀਂ ਪਤਾ, ਦੇਸ਼ ਦੇ ਕਲਚਰ ਬਾਰੇ ਕੁਝ ਨਹੀਂ ਪਤਾ, ਦੇਸ਼ ਦੀ ਹਿਸਟਰੀ ਬਾਰੇ ਕੁਝ ਨਹੀਂ ਪਤਾ, ਦੇਸ਼ ਨੂੰ ਕਿਵੇਂ ਚਲਾਉਣਾ ਹੈ ਉਹਨੂੰ ਨਹੀਂ ਪਤਾ, ਉਹਨੂੰ ਕੁਝ ਨਹੀਂ ਪਤਾ ਦੇਸ਼ ਬਾਰੇ, ਉਹ ਪਾਇਲਟ ਹੀ ਨਹੀਂ ਹੈ, ਤਾਂ ਫਿਰ ਉਹ ਦੇਸ਼ ਦਾ ਐਰੋਪਲੇਨ ਕਿਵੇਂ ਉਡਾਏਗਾ? ਉਹ ਵੀ ਕ੍ਰੈਸ਼ ਕਰੇਗਾ। ਇਸ ਕਰਕੇ ਕਾਬਿਲ ਬੰਦਾ ਕਿਵੇਂ ਚੁਣਨਾ ਹੈ, ਜਿਹੜਾ ਬੰਦਾ ਦੇਸ਼ ਦੇ ਪਲੇਨ ਨੂੰ ਉਡਾ ਸਕੇ, ਕ੍ਰੈਸ਼ ਨਾ ਕਰੇ, ਤਾਂ ਉਹ ਧਿਆਨ ਰੱਖਣਾ ਹੈ। ਇਸ ਕਰਕੇ ਡੈਮੋਕ੍ਰੇਸੀ ਇੱਕ ਰਿਸਕੀ ਪੁਆਇੰਟ ਹੋ ਜਾਂਦਾ ਹੈ ਕਿ ਕਿਸ ਬੰਦੇ ਨੂੰ ਅਸੀਂ ਵੋਟਾਂ ਦੇ ਆਧਾਰ ਦੇ ਉੱਤੇ ਚੁਣ ਲੈਂਦੇ ਹਾਂ, ਉਹ ਕਾਬਿਲ ਹੈ ਜਾਂ ਨਹੀਂ ਕਾਬਿਲ ਹੈ, ਉਹ ਪਾਇਲਟ ਹੈ ਜਾਂ ਨਹੀਂ ਪਾਇਲਟ ਹੈ। ਇਸ ਲਈ ਡੈਮੋਕ੍ਰੇਸੀ ਰਿਸਕੀ ਸਿਸਟਮ ਹੈ। ਵੋਟਿੰਗ ਇੱਕ ਆਰਟ ਹੈ ਔਰ ਇਹ ਆਰਟ ਸਾਨੂੰ ਆਉਣਾ ਚਾਹੀਦਾ ਹੈ ਤਾਂ ਕਿ ਡੈਮੋਕ੍ਰੇਸੀ ਦੁਨੀਆ ਦੇ ਵਿੱਚ ਬਿਲਕੁਲ ਮਹਿਫੂਜ਼ ਰਵੇ, ਸੇਫ ਰਵੇ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਡੈਮੋਕ੍ਰੇਸੀ ਬਾਰੇ ਪੁਆਇੰਟ ਆਫ ਵਿਊ ਕੀ ਬਣਦਾ ਹੈ ਜਦੋਂ ਅਸੀਂ ਵੱਖ-ਵੱਖ ਦੇਸ਼ਾਂ ਦੀਆਂ ਫੋਰਨ ਪਾਲਿਸੀਜ਼ ਨੂੰ ਦੇਖਦੇ ਹਾਂ। ਕਿਸ ਚੀਜ਼ ਨੂੰ ਧਿਆਨ 'ਚ ਰੱਖ ਕੇ ਫੋਰਨ ਪਾਲਿਸੀ ਡਿਜ਼ਾਈਨ ਕੀਤੀ ਜਾਂਦੀ ਹੈ, ਆਪਣੇ ਸੈਲਫ ਇੰਟਰਸਟ ਨੂੰ ਜਾਂ ਡੈਮੋਕ੍ਰੇਸੀ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਸਾਡੇ ਵਾਸਤੇ ਡਿਫਾਈਨ ਕਰਨਾ ਜ਼ਰੂਰੀ ਨੇ, ਸਮਝਣਾ ਜ਼ਰੂਰੀ ਨੇ ਕਿ ਮਾਡਰਨ ਏਰਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਡੈਮੋਕ੍ਰੇਸੀ ਨੂੰ ਅੰਡਰਸਟੈਂਡ ਕਰਾਂਗੇ। ਸੋ ਦੈਟ ਇਜ਼ ਵੈਰੀ ਮਚ ਇੰਪੋਰਟੈਂਟ। ਸੋ ਇਸ ਨਜ਼ਰੀਏ ਨੂੰ ਸਮਝਣ ਵਾਸਤੇ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਆਸ਼ਿਮਾ ਸਾਹਨੀ, ਪੋਲੀਟੀਕਲ ਐਕਸਪਰਟ ਨੇ, ਜੀਓਪੋਲਿਟਿਕਸ ਦੀ ਖਾਸ ਨੌਲੇਜ ਰੱਖਦੇ ਨੇ, KMV ਕਾਲਜ ਤੋਂ ਉਹ ਪ੍ਰੋਫੈਸਰ ਨੇ ਤੇ ਹੈਡ ਆਫ ਦਾ ਡਿਪਾਰਟਮੈਂਟ ਨੇ ਪੋਲੀਟੀਕਲ ਅਫੇਅਰਸ। ਵੈਲਕਮ ਟੂ NRI ਵਰਡ ਆਸ਼ਿਮਾ ਜੀ। ਨਮਸਕਾਰ, ਥੈਂਕ ਯੂ। ਸਭ ਤੋਂ ਪਹਿਲੇ ਮੈਂ ਧੰਨਵਾਦ ਕਰਨਾ ਚਾਹੂੰਗੀ ਤੁਹਾਡੇ ਚੈਨਲ ਦਾ, ਮੈਨੂੰ ਦੁਬਾਰਾ ਫਿਰ ਤੁਸੀਂ ਅੱਜ ਇੱਕ ਟਾਕ ਲਈ ਬੁਲਾਇਆ, ਥੈਂਕ ਯੂ। ਪ੍ਰਮੋਸ਼ਨ ਆਫ ਡੈਮੋਕ੍ਰੇਸੀ ਦੀ ਗੱਲ ਕਰਨ ਜਾ ਰਹੇ ਹਾਂ ਔਰ ਇਹਦਾ ਸੈਂਟਰ ਰਹੇਗਾ ਯੂਨਾਈਟਿਡ ਸਟੇਟਸ, ਕਿਉਂਕਿ ਵਰਲਡ ਲੀਡਰ ਹੈ, ਵਰਲਡ ਨੰਬਰ 1 ਕੰਟਰੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਅਮਰੀਕਨ ਪ੍ਰੋਸਪੈਕਟਿਵ ਤੋਂ ਅਸੀਂ ਸਮਝਣਾ ਚਾਹੀਏ। ਔਰ ਵੈਸੇ ਵੀ 29 ਤੇ 30 ਮਾਰਚ ਨੂੰ ਇੱਕ ਸੈਮੀਨਾਰ ਹੋਣ ਜਾ ਰਿਹਾ ਹੈ, ਇੱਕ ਬਹੁਤ ਵੱਡਾ ਇਵੈਂਟ ਹੋਣ ਜਾ ਰਿਹਾ ਹੈ USA ਦੇ ਵਿੱਚ, ਜਿਹਦੇ ਵਿੱਚ ਕੁਝ ਕੰਟਰੀਜ਼ ਨੂੰ ਉਹਨਾਂ ਨੇ ਇਨਵਾਈਟ ਕੀਤਾ ਹੈ ਡੈਮੋਕ੍ਰੇਸੀ ਦੇ ਉੱਤੇ ਮੁੜ ਤੋਂ ਇੱਕ ਡਿਬੇਟ, ਮੁੜ ਤੋਂ ਡਿਸਕਸ਼ਨ ਕਿ ਅੱਜ ਦੀ ਮਾਡਰਨ ਏਰਾ ਦੇ ਵਿੱਚ ਅਸੀਂ ਡੈਮੋਕ੍ਰੇਸੀ ਨੂੰ ਡਿਫਾਈਨ ਕਰੀਏ। ਸੋ ਜੀਓਪੋਲਿਟਿਕਸ ਦੇ ਵਿੱਚ, ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਜੋ ਫੋਰਨ ਪਾਲਿਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕਿਸ ਤਰ੍ਹਾਂ ਡਿਜ਼ਾਈਨ ਕਰਦੇ ਹਾਂ ਡੈਮੋਕ੍ਰੇਸੀ ਨੂੰ, ਆਪਣੀਆਂ ਪਾਲਿਸੀਜ਼ ਨੂੰ। ਸੋ ਆਸ਼ਿਮਾ ਜੀ। ਥੈਂਕ ਯੂ। ਐਕਚੁਅਲੀ ਜਿਹੜੀ ਡੈਮੋਕ੍ਰੇਸੀ ਹੈ, ਇਹਨੂੰ ਅਗਰ ਅਸੀਂ ਆਮ ਜਨਤਾ ਦੇ ਪੁਆਇੰਟ ਆਫ ਵਿਊ ਨਾਲ ਦੇਖਦੇ ਹਾਂ, ਠੀਕ ਹੈ, ਤੇ ਸਾਨੂੰ ਲੱਗਦਾ ਹੈ ਕਿ ਚਲੋ ਜੇ ਅਸੀਂ ਵੋਟ ਪਾਤੀ, ਜਿਹਨੂੰ ਵੋਟਾਂ ਜ਼ਿਆਦਾ ਮਿਲ ਗਿਆ, ਜਿੱਤ ਗਿਆ, ਪ੍ਰਾਈਮ ਮਿਨਿਸਟਰ ਬਣ ਗਿਆ, ਪ੍ਰੈਜ਼ੀਡੈਂਟ ਬਣ ਗਿਆ, ਚਲੋ ਜੀ ਕਹਾਣੀ ਖਤਮ। ਲੇਕਿਨ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਜਿਹੜੀ ਡੈਮੋਕ੍ਰੇਸੀ ਹੈ, ਇਹਨੂੰ ਇੱਕ ਇੰਸਟਰੂਮੈਂਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਫੋਰਨ ਅਫੇਅਰਸ ਨੂੰ ਚਲਾਉਣ ਲਈ। ਜਿਹੜੇ ਸਾਡੇ ਘਰ ਦੇ ਅਫੇਅਰਸ ਹੈ, ਜਿਹੜੇ ਸਾਡੇ ਨੈਸ਼ਨਲ ਲੈਵਲ ਦੇ ਅਫੇਅਰਸ ਆ, ਉਹ ਤਾਂ ਅਸੀਂ ਚਲਾਈਦੇ ਹੀ ਚਲਾਈਦੇ ਹੈ। ਲੇਕਿਨ ਇਹ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜਦੋਂ ਅਸੀਂ ਇਹਨੂੰ ਇੰਟਰਨੈਸ਼ਨਲ ਰਿਲੇਸ਼ਨ ਦੇ ਪਰਸਪੈਕਟਿਵ ਤੋਂ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਪਾਵਾਂਗੇ ਕਿ ਜਿਹੜੀ ਡੈਮੋਕ੍ਰੇਸੀ ਹੈ ਉਹ ਇੱਕ ਹਥਿਆਰ ਦੀ ਤਰ੍ਹਾਂ ਯੂਜ਼ ਕੀਤੀ ਜਾਂਦੀ ਹੈ। ਇਹਦਾ ਜਿਹੜਾ ਇਸਤੇਮਾਲ ਹੈ ਬਹੁਤ ਜ਼ਿਆਦਾ ਆਇਆ ਵਰਲਡ ਵਾਰ 2 ਤੋਂ ਬਾਅਦ। ਖਾਸ ਕਰ ਜਿਹੜਾ ਅਮਰੀਕਾ ਹੈ
ਉਹਨੇ ਇਹ ਬੀੜਾ ਚੁੱਕਿਆ ਕਿ ਮੈਂ ਪੂਰੀ ਦੁਨੀਆ ਦੇ ਅੰਦਰ ਡੈਮੋਕ੍ਰੇਸੀ ਨੂੰ ਪ੍ਰਮੋਟ ਕਰਨਾ ਹੈ। ਠੀਕ ਹੈ, ਹੁਣ ਡੈਮੋਕ੍ਰੇਸੀ ਨੂੰ ਕਿਉਂ ਪ੍ਰਮੋਟ ਕਰਨਾ ਹੈ ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਲੇਕਿਨ ਜਿੱਦਾਂ ਤੁਸੀਂ ਵੀ ਦੱਸ ਕੇ ਹਟੇ ਹੋ ਕਿ 29 ਔਰ 30 ਮਾਰਚ ਨੂੰ ਅਮਰੀਕਾ ਦੇ ਅੰਦਰ ਬਹੁਤ ਵੱਡੇ ਲੈਵਲ ਤੇ ਇੱਕ ਕਾਨਫਰੰਸ ਹੋ ਰਹੀ ਹੈ ਜਿਹੜੀ ਕਿ ਡੈਮੋਕ੍ਰੇਸੀ ਦੀ ਪ੍ਰਮੋਸ਼ਨ ਲਈ ਹੈ। ਔਰ ਇਹਦਾ ਜਿਹੜਾ ਕਾਨਫਰੰਸ ਨਹੀਂ ਬਲਕਿ ਸਮਿਟ ਹੈ, ਇਹਦਾ ਜਿਹੜਾ ਪਹਿਲਾ ਸਮਿਟ ਹੋਇਆ ਸੀ ਉਹ ਦਸੰਬਰ 2021 ਚ ਹੋਇਆ ਸੀਗਾ, ਜਿਹਦੇ ਚ ਲਗਭਗ 100 ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਲਗਭਗ 750 ਉਹਨਾਂ ਨੇ ਕਸਮਾਂ ਖਾਧੀਆਂ ਸੀਗੀਆਂ ਕਿ ਅਸੀਂ ਇਸ ਏਰੀਆਜ਼ 'ਚ ਵਰਕ ਕਰਾਂਗੇ ਤੇ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਾਂਗੇ। ਜੇ ਅਸੀਂ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਦੇਖਦੇ ਹਾਂ, ਡਿਪਾਰਟਮੈਂਟ ਆਫ ਟ੍ਰੈਜਰੀ ਦੇਖਦੇ ਹਾਂ, ਡਿਪਾਰਟਮੈਂਟ ਆਫ ਅਸੀਂ ਮਤਲਬ ਉਹਨਾਂ ਦੇ ਜਿੰਨੇ ਵੀ ਜਿਹੜੇ ਡਿਪਾਰਟਮੈਂਟਸ ਹੈ ਜਾਂ ਵੌਇਸ ਆਫ ਅਮਰੀਕਾ ਜਾਂ ਜਿੰਨੇ ਵੀ NGOs ਹੈ, ਉਹ ਸਾਰੇ ਕਿਤੇ ਨਾ ਕਿਤੇ ਕੰਟਰੀਬਿਊਟ ਕਰਦੇ ਆ ਪੂਰੀ ਦੁਨੀਆ ਦੇ ਅੰਦਰ ਡੈਮੋਕ੍ਰੇਸੀ ਨੂੰ ਬਹਾਲ ਕਰਨ ਲਈ। 2.8 ਬਿਲੀਅਨ ਡਾਲਰ ਦਾ ਖਰਚਾ ਹੈ ਜਿਹੜਾ ਕਿ ਹਰ ਸਾਲ ਪਰ ਈਅਰ ਅਮਰੀਕਾ ਆਪਣੇ ਬਜਟ ਚੋਂ ਕੱਢਦਾ ਹੈ ਡੈਮੋਕ੍ਰੇਸੀ ਦੀ ਪ੍ਰਮੋਸ਼ਨ ਦੇ ਲਈ। ਹੁਣ ਜਿਹੜੇ ਦੇਸ਼ਾਂ ਨੇ ਜਿਹੜਾ ਤੁਸੀਂ ਹੁਣੀ ਗੱਲ ਕਰਕੇ ਹਟੇ 2023 ਚ ਮਾਰਚ ਚ ਜਿਹੜਾ ਇਹ ਸੰਮੇਲਨ ਹੋਣਾ, ਜਿਹੜਾ ਸਮਿਟ ਹੋਣਾ ਹੈ, ਹੁਣ ਇਹਦੇ ਚ ਜਿਹੜੀਆਂ ਕੰਟਰੀਜ਼ ਜਿਹੜੀਆਂ ਅੱਗੇ ਹੋ ਕੇ ਪਾਰਟਿਸਿਪੇਟ ਕਰਨਗੀਆਂ ਉਹ ਕੋਸਟਾ ਰੀਕਾ ਹੈ, ਨੀਦਰਲੈਂਡ ਹੈ, ਰਿਪਬਲਿਕ ਆਫ ਕੋਰੀਆ ਹੈ, ਰਿਪਬਲਿਕ ਆਫ ਜ਼ੈਂਬੀਆ ਹੈ। ਔਰ ਇਹ ਜਿਹੜੀ ਮੀਟਿੰਗ ਹੈ ਪੂਰੀ ਆਨਲਾਈਨ ਵੀ ਹੋਣੀ ਹੈ, ਇਨ ਪਰਸਨ ਵੀ ਹੋਣੀ ਹੈ। ਔਰ ਇਹਦੇ ਵਿੱਚ ਦੇਖਦੇ ਹਾਂ ਹੁਣ ਜਦੋਂ ਇਹ ਮੀਟਿੰਗ ਹੋਏਗੀ ਜਿਹੜੇ USA ਉਹ ਆਪਣੀ ਕਿਹੜੀ ਪਾਲਿਸੀਜ਼ ਲੈ ਕੇ ਆਂਦਾ ਹੈ, ਉਹ ਅੱਗੇ ਇਸ ਦਿਸ਼ਾ ਵਿੱਚ ਕਿਵੇਂ ਤੁਰਦਾ ਹੈ ਔਰ ਕਿਵੇਂ ਉਹ ਗਲੋਬਲ ਵਰਲਡ ਨੂੰ ਕਹਿੰਦਾ ਹੈ ਤੁਰਨ ਲਈ। ਓਕੇ ਜੀ, ਸੋ ਆਪਾਂ ਇਸ ਪ੍ਰਸਪੈਕਟਿਵ ਨੂੰ ਲੈ ਕੇ ਚੱਲਦੇ ਹਾਂ ਕਿ ਅਮਰੀਕਾ ਕਿੱਦਾਂ ਕਹਿੰਦਾ ਹੈ ਸਾਰੀ ਦੁਨੀਆ ਨੂੰ ਕਿ ਉਹ ਫਰੀडम ਦੇ ਨਾਲ ਡੈਮੋਕ੍ਰੇਸੀ ਨੂੰ ਫੋਲੋ ਕਰੋ। ਸੋ ਹਮੇਸ਼ਾ ਉਹ ਫਰੀडम ਨੂੰ ਸਪੋਰਟ ਕਰਦਾ ਹੈ ਅਮਰੀਕਾ, ਹਮੇਸ਼ਾ ਡੈਮੋਕ੍ਰੇਸੀ ਨੂੰ ਸਪੋਰਟ ਕਰਦਾ। ਆਪਾਂ ਇਹ ਕਹਿੰਦੇ ਹਾਂ ਕਿ ਓਲਡੈਸਟ ਡੈਮੋਕ੍ਰੇਸੀ ਹੈ ਦੁਨੀਆ ਦੀ। ਪਰ ਜੇ ਅਸੀਂ ਆਪਣਾ ਪੁਰਾਤਨ ਇਤਿਹਾਸ ਦੇਖੀਏ ਭਾਰਤ ਦਾ ਤੇ ਐਂਸ਼ੀਅੰਟ ਟਾਈਮਸ ਦੇ ਵਿੱਚ ਵੀ ਭਾਰਤ ਦੇ ਵਿੱਚ ਐਕਸਰਸਾਈਜ਼ ਕੀਤੀ ਗਈ ਹੈ ਡੈਮੋਕ੍ਰੇਸੀ। ਸੇਠ ਮਹਾਭਾਰਤਾ, ਸੇਠ ਰਾਮਾਇਣਾ ਔਰ ਹੋਰ ਵੀ ਕਈ ਟੈਕਸਟ ਸਾਨੂੰ ਪੁਰਾਣੇ ਮਿਲਦੇ ਨੇ ਜੋ ਵਿਸ਼ਿਸ਼ਟ ਰਿਸ਼ੀ ਨੇ, ਉਹਨਾਂ ਦੀ ਵੀ ਟੈਕਸਟ ਦੇ ਵਿੱਚ ਸਾਨੂੰ ਡੈਮੋਕ੍ਰੇਸੀ ਦਾ ਰੈਫਰੈਂਸ ਮਿਲਦਾ ਹੈ ਕਿ ਕਾਬਲੀਅਤ ਦੇ ਬੇਸ ਦੇ ਉੱਤੇ ਹੀ ਰਾਜਾ ਬਣਨਾ ਚਾਹੀਦਾ ਹੈ। ਡਜ਼ ਨਾਟ ਮੈਟਰ ਕਿ ਉਹ ਮੇਲ ਹੈ, ਫੀਮੇਲ ਹੈ ਜਾਂ ਕਿਸ ਰੇਸ ਤੋਂ ਹੈ, ਕਿਸ ਜਾਤ ਤੋਂ ਹੈ, ਕਿਸ ਧਰਮ ਤੋਂ ਹੈ, ਇਸ ਦਾ ਕੋਈ ਜ਼ਿਕਰ ਨਹੀਂ, ਸਿਰਫ ਜ਼ਿਕਰ ਕਾਬਲੀਅਤ ਦਾ ਹੈ। ਔਰ ਇਹ ਅਸੀਂ ਰੈਫਰੈਂਸਿਸ ਪੁਰਾਣੇ ਇੰਡੀਅਨ ਟੈਕਸਟ ਦੇ ਵਿੱਚ ਵੀ ਦੇਖਦੇ ਹਾਂ। ਸੋ ਮਾਡਰਨ ਏਰਾ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਮਰੀਕਾ ਜੋ ਹੈ ਉਹ ਜਨਮਦਾਤਾ ਹੈ ਡੈਮੋਕ੍ਰੇਸੀ ਦਾ। ਸੋ ਓਲਡੈਸਟ ਡੈਮੋਕ੍ਰੇਸੀ, ਇੰਡੀਆ ਲਾਰਜੈਸਟ ਡੈਮੋਕ੍ਰੇਸੀ। ਇੰਡੀਆ ਦਾ ਪੁਆਇੰਟ ਆਫ ਵਿਊ ਆਪਾਂ ਬਾਅਦ ਵਿੱਚ ਲੈਂਦੇ ਹਾਂ। ਫਸਟ, ਅਮਰੀਕਾ ਕਿਉਂ ਸਪੋਰਟ ਕਰਦਾ ਹੈ ਫਰੀडम ਨੂੰ, ਡੈਮੋਕ੍ਰੇਸੀ ਨੂੰ ਆਲ ਓਵਰ ਦਾ ਵਰਲਡ? ਪੁਆਇੰਟ ਆਫ ਵਿਊ ਕੀ ਹੈ ਅਮਰੀਕਾ ਦਾ? ਉਸ ਤੋਂ ਪਹਿਲੇ ਮੈਂ ਇਹ ਦੱਸੂੰਗੀ ਕਿ ਉਹ ਨੇਸ਼ਨਸ ਨੂੰ ਆਪਣੀ ਤਰਫ ਅਟਰੈਕਟ ਕਿੱਦਾਂ ਕਰ ਰਿਹਾ ਡੈਮੋਕ੍ਰੇਸੀ ਜੀ। ਉਹ ਕਹਿ ਰਿਹਾ ਕਿ ਮੈਂ ਤੁਹਾਨੂੰ ਟੈਕਨੋਲੋਜੀ ਦਊਂਗਾ। ਟੈਕਨੋਲੋਜੀ ਫॉर व्हाट? ਟੈਕਨੋਲੋਜੀ ਟੂ ਸਪੋਰਟ ਤੁਹਾਨੂੰ ਐਕਸੈਸਸ ਮਿਲੇ ਇੰਟਰਨੈਟ ਨਾਲ। ਜੀ ਜੀ। ਟੈਕਨੋਲੋਜੀ ਜਿਹਦੇ ਨਾਲ ਤੁਸੀਂ ਤੁਹਾਡੀ ਗਵਰਨੈਂਸ 'ਚ ਇੰਪਰੂਵਮੈਂਟ ਆਏ। ਗਵਰਨੈਂਸ ਦਾ ਮਤਲਬ ਤੁਹਾਡੇ ਕੋਲ ਸਰਕਾਰੀ ਇਨਫਰਾਸਟ੍ਰਕਚਰ ਜਿਹੜਾ ਹੈ ਸਾਰਾ ਟੈਕਨੋਲੋਜੀਕਲ ਬੇਸਡ ਹੋਵੇ। ਨੰਬਰ 3 ਡਿਜੀਟਲ ਡੈਮੋਕ੍ਰੇਸੀ ਦੀ ਉਹ ਗੱਲ ਕਰਦਾ ਹੈ। ਦੈਨ technology for democratic processes yani ki the online voting. Technology is acting like technology de through ਉਹ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਸਥਾਪਿਤ ਕਰਨਾ ਚਾਹੁੰਦਾ ਹੈ। Now I will answer your second question that why America is interested in spreading the democracy. ਜਦੋਂ ਅਮਰੀਕਾ ਸੁਪਰ ਪਾਵਰ ਬਣਿਆ 1945 ਦੀ ਗੱਲ ਕਰ ਰਹੀ ਹਾਂ, ਵਰਲਡ ਵਾਰ 2 ਤੋਂ ਬਾਅਦ, ਤਾਂ ਅਮਰੀਕਾ ਦਾ ਜਿਹੜਾ ਥਿੰਕ ਟੈਂਕ ਸੀਗਾ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਜਿਹੜਾ ਵੈਲਿਊ ਸਿਸਟਮ ਹੈ ਉਹ ਸਟੈਚੂ ਆਫ ਲਿਬਰਟੀ ਹੈ ਜਿਹੜਾ ਕਿ ਫਰੀडम ਨੂੰ ਦਰਸਾਉਂਦਾ ਹੈ ਕਿ ਪੂਰੀ ਦੁਨੀਆ ਨੂੰ ਆਜ਼ਾਦੀ ਮਿਲਣੀ ਚਾਹੀਦੀ, ਫਰੀडम ਦੇਣਾ ਚਾਹੀਦਾ। ਉੱਥੇ ਫਰੀडम ਨੂੰ ਬਹੁਤ ਮੁੱਲਿਆਵਾਨ ਸਮਝਿਆ ਜਾਂਦਾ ਹੈ। ਫਰੀडम ਤਾਂਹੀਓ ਮਿਲ ਸਕਦਾ ਜੇ ਡੈਮੋਕ੍ਰੇਸੀ ਤੋਂ ਮਿਲੇ। ਡੈਮੋਕ੍ਰੇਸੀ ਤੋਂ ਲਿਆ ਜਾ ਸਕਦਾ ਹੈ ਜੇ ਉਹ ਦੁਨੀਆ 'ਚ ਡੈਮੋਕ੍ਰੈਟਿਕ ਵੈਲਿਊਜ਼ ਨੂੰ ਸਟੈਬਲਿਸ਼ ਕਰਦਾ ਤੇ ਉਹ ਅਮਰੀਕਨ ਵੈਲਿਊਜ਼ ਨੂੰ ਸਟੈਬਲਿਸ਼ ਕਰ ਰਿਹਾ। ਤੇ ਕਿਸੇ ਵੀ ਸੁਪਰ ਪਾਵਰ ਜਿਹੜਾ ਹੁੰਦਾ ਉਹਨੇ ਆਪਣਾ ਵੈਲਿਊ ਤਾਂ ਆਪਣਾ ਕਲਚਰ ਸਟੈਬਲਿਸ਼ ਕਰਨਾ ਹੁੰਦਾ ਹੈ। ਨੰਬਰ 2, ਠੀਕ ਹੈ, ਨੰਬਰ 2 ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਡੈਮੋਕ੍ਰੇਸੀ ਸਥਾਪਿਤ ਕਰਾਂਗੇ ਤੇ ਵਾਰ ਦੀ ਸਮੱਸਿਆ ਖਤਮ ਹੋ ਜਾਏਗੀ ਕਿਉਂਕਿ ਡੈਮੋਕ੍ਰੇਸੀਜ਼ ਨੂੰ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਉਹ ਜ਼ਿਆਦਾ ਪੀਸਫੁਲ ਹੁੰਦੀਆਂ
ਤੇ ਅਮਰੀਕਾ ਦਾ ਵੀ ਜਿਹੜਾ ਇਹੀ ਇੱਕ ਏਮ ਹੈ ਕਿ ਦੁਨੀਆ ਦੇ ਵਿੱਚ ਪੀਸ ਨੂੰ ਕਾਇਮ ਕਰਨਾ। ਠੀਕ ਹੈ ਜੀ। ਨਾਓ ਨੰਬਰ 3, ਅਮਰੀਕਾ ਨੂੰ ਲੱਗਦਾ ਹੈ ਕਿ ਜੇ ਡੈਮੋਕ੍ਰੇਸੀ ਹੋਏਗੀ ਤਾਂ ਇਕਨੋਮਿਕ ਗਰੋਥ ਦੀ ਪੋਸਿਬਿਲਿਟੀ ਜ਼ਿਆਦਾ ਹੈ, ਕਿਉਂਕਿ ਅਮਰੀਕਾ ਨੂੰ ਇਹਦੇ 'ਚ ਹੈਲਪ ਮਿਲੇਗੀ ਉਹਨਾਂ ਲੋਕਾਂ ਨੂੰ ਇਕਨੋਮਿਕ ਪਾਰਟਨਰ ਬਣਾਉਣ ਦੀ, ਔਰ ਇਕਨੋਮਿਕ ਜਿਹੜੀ ਬੂਮ ਆਏਗੀ, ਔਰ ਦੀ ਵੈਸਟਰਨ ਵਰਲਡ ਜਾਂ ਫਿਰ ਅਮਰੀਕਨਸ ਜਿੰਨੇ ਵੀ ਹੈ, ਦੇ ਆਰ ਮੋਰ ਟਿਲਟਡ ਟੂਵਰਡਸ ਇਕੋਨਮੀ। ਨਾਓ ਐਟ ਨੰਬਰ 4, ਉਹਨਾਂ ਨੂੰ ਲੱਗਦਾ ਹੈ ਕਿ ਅਗਰ ਡੈਮੋਕ੍ਰੇਸੀ ਦੁਨੀਆ 'ਚ ਬਹਾਲ ਹੋ ਗਈ, ਠੀਕ ਹੈ, ਤੇ ਫਿਰ ਜਿਹੜੀ USA ਨੂੰ ਥ੍ਰੈਟ ਨਹੀਂ ਮਿਲਣਗੇ, ਕਿਉਂਕਿ ਜਿੰਨੀਆਂ ਵੀ ਅਥਾਰਟੇਰੀਅਨ ਰਜੀਮਸ ਹੁੰਦੀਆਂ ਨੇ, ਦੇ ਆਰ ਆਲਵੇਜ਼ ਚੈਲੰਜਿੰਗ, ਹੈ ਨਾ, ਔਰ ਉਹਨਾਂ ਅਮਰੀਕਾ ਦੇ ਖੁਦ ਲਈ ਥ੍ਰੈਟਸ ਘਟ ਜਾਣਗੇ। ਨੰਬਰ 5, ਉਹਨਾਂ ਨੂੰ ਲੱਗਦਾ ਕਿ ਜਦੋਂ ਅਥਾਰਟੇਰੀਅਨ ਰਜੀਮਸ ਹੁੰਦੇ ਨੇ, ਜਦੋਂ ਉੱਥੇ ਵਾਰ ਹੁੰਦੇ ਆ, ਤੇ ਰਿਫਿਊਜੀਜ਼ ਪ੍ਰੋਬਲਮ ਹੁੰਦੇ ਆ, ਤੇ ਰਿਫਿਊਜੀਜ਼ ਪ੍ਰੋਬਲਮ ਵਰਲਡ ਵਾਈਡ ਖਤਮ ਹੋ ਜਾਏਗੀ ਜੇ ਅਸੀਂ ਡੈਮੋਕ੍ਰੇਸੀ ਨੂੰ ਬਹਾਲ ਕਰਾਂਗੇ, ਕਿਉਂਕਿ ਸਭ ਤੋਂ ਜ਼ਿਆਦਾ ਰਿਫਿਊਜੀ ਦੀ ਜੇ ਪ੍ਰੋਬਲਮ ਹੈ ਤਾਂ ਉਹ ਅਮਰੀਕਾ 'ਚ ਹੈ। ਇਹ ਤੁਹਾਨੂੰ ਵੀ ਪਤਾ ਹੈ ਕਿ ਚਾਹੇ ਅਮਰੀਕਾ ਸਿੱਧੇ ਤਰੀਕੇ ਨਾਲ ਅਮਰੀਕਾ ਪਹੁੰਚਣਾ ਬਹੁਤ ਔਖਾ ਹੈ, ਲੇਕਿਨ ਪੁੱਠੇ ਤਰੀਕੇ ਨਾਲ ਅਮਰੀਕਾ 'ਚ ਪਹੁੰਚਣਾ ਬਹੁਤ ਸੌਖਾ। ਯੂ ਨੋ ਬੈਟਰ ਦੈਨ ਮੀ, ਮੈਕਸੀਕੋ ਕੰਟਰੀ ਹੈ ਉੱਥੇ ਨਾਲ, ਤੁਹਾਨੂੰ ਪਤਾ ਉੱਥੇ ਉਹ ਦੀਵਾਰ ਕਿੱਦਾਂ, ਮਤਲਬ ਇਹ ਰਿਫਿਊਜੀਜ਼ ਦੀ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਜਾ ਸਕਦਾ ਹੈ। ਸੰਜੀਵ ਜੀ। ਜੀ, ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਜੋ ਗਲੋਬਲਾਈਜੇਸ਼ਨ ਹੈ, ਐਕਚੁਅਲੀ ਇਟ ਇਜ਼ ਅਮਰੀਕਨਾਈਜੇਸ਼ਨ। ਅਮਰੀਕਾ ਆਪਣੇ ਰੂਲਸ ਨੂੰ ਲੈ ਕੇ ਚੱਲ ਰਿਹਾ ਹੈ। ਇਟ ਇਜ਼ ਅ ਡਿਕਟੇਟਰਸ਼ਿਪ ਇਨ ਗਾਈਜ਼ ਆਫ ਡੈਮੋਕ੍ਰੇਸੀ। ਸੋ ਇਸ ਪਰਸਪੈਕਟਿਵ ਦੇ ਨਾਲ ਜੇ ਅਸੀਂ ਮਾਡਰਨ ਏਰਾ ਦੇ ਵਿੱਚ ਡਿਫਾਈਨ ਕਰੀਏ, ਅਗੇਨ ਇਫ ਵੀ ਟਰਾਈ ਟੂ ਅੰਡਰਸਟੈਂਡ ਕਿ ਇੰਟਰਨੈਸ਼ਨਲ ਸਿਸਟਮ ਨੂੰ ਸੂਟ ਕਰੇ ਜੋ, ਉਹ ਕਿਹੜੀ ਡੈਮੋਕ੍ਰੇਸੀ ਹੈ, ਅਮਰੀਕਾ ਦੇ ਪੁਆਇੰਟ ਆਫ ਵਿਊ ਤੋਂ ਉਹ ਕਿਹੜੀ ਡੈਮੋਕ੍ਰੇਸੀ ਹੈ। ਬਿਕੋਜ਼ ਬੀਇੰਗ ਦ ਵਰਲਡ ਲੀਡਰ, ਉਹਨਾਂ ਦੀ ਗੱਲ ਹੀ ਸੁਣੀ ਜਾਂਦੀ ਹੈ, ਚਾਹੇ ਉਹ ਯੂਨਾਈਟਿਡ ਨੇਸ਼ਨਸ ਹੋਣ, ਚਾਹੇ G20 ਸਮਿਟ ਹੋਣ, ਜਾਂ ਜਿੱਥੇ ਵੀ ਅਸੀਂ ਦੇਖਦੇ ਇੰਟਰਨੈਸ਼ਨਲ ਪਲੇਟਫਾਰਮਸ ਹੋਣ, ਅਮਰੀਕਾ ਨੂੰ ਨੋ ਡਾਊਟ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ ਹੈ, ਔਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਕਈ ਇੰਟੈਲੈਕਚੁਅਲਸ ਵੀ ਅਮਰੀਕਨ ਪਾਲਿਸੀਜ਼ ਨੂੰ ਕ੍ਰਿਟੀਸਾਈਜ਼ ਕਰਦੇ ਨੇ। ਨੋਮ ਚੋਮਸਕੀ, ਅਸੀਂ ਉਹਨਾਂ ਦਾ ਨਾਮ ਜਾਣਦੇ ਹਾਂ, ਇੱਕ ਵੰਡਰਫੁਲ ਪਰਸਨੈਲਿਟੀ, ਔਰ ਹਮੇਸ਼ਾ ਕ੍ਰਿਟਿਕ ਰਹੇ ਨੇ ਕੁਝ ਪਾਲਿਸੀਜ਼ ਨੂੰ ਲੈ ਕੇ। ਸੋ ਇਹ ਸਾਰੇ ਪ੍ਰਸਪੈਕਟਿਵ ਨੂੰ ਦੇਖਦੇ ਹੋਏ, ਅਮਰੀਕਨ ਪ੍ਰਸਪੈਕਟਿਵ ਨੂੰ ਦੇਖਦੇ ਹੋਏ, ਅਸੀਂ ਇੰਟਰਨੈਸ਼ਨਲ ਸਿਸਟਮ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ, ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਸੂਟ ਕਰਦੀ ਹੈ, ਵਿਚ ਇਜ਼ ਗੁੱਡ ਫॉर ਇੰਟਰਨੈਸ਼ਨਲ ਰਿਲੇਸ਼ਨਸ, ਇੰਟਰਨੈਸ਼ਨਲ ਸਿਸਟਮ ਫॉर ਆਲ ਆਫ ਅਸ। ਦੇਖੋ, देयर आर 2 ਸਕੂਲ ਆਫ, ਜਿਹੜਾ ਅਮਰੀਕਨ ਥਿੰਕ ਟੈਂਕ ਹੈ, 2 ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਉਹ ਜਿਹੜਾ ਅਮਰੀਕਾ ਦੇ ਇਸ ਪਰਸੈਪਸ਼ਨ ਨੂੰ ਐਕਸੈਪਟ ਕਰਦਾ ਕਿ ਯੈਸ, ਦੁਨੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਫੈਲਾਉਣਾ ਚਾਹੀਦਾ, ਔਰ ਅਮਰੀਕਾ ਨੂੰ ਇਹ ਕਰਨਾ ਚਾਹੀਦਾ। ਉਹਦਾ ਰੀਜ਼ਨ ਇਹ ਹੈ ਕਿ 1974 'ਚ 30 ਡੈਮੋਕ੍ਰੇਸੀ ਸੀ। ਇਹ ਮੈਂ ਔਨ ਰਿਕਾਰਡ ਬੋਲ ਰਹੀ ਹਾਂ, ਇਹ ਮੈਂ ਆਪਣੇ ਕੋਲੋਂ ਨਹੀਂ, ਆਪਣੇ ਕੋਲੋਂ ਮੈਂ ਆંકੜੇ ਨਹੀਂ ਦੇ ਰਹੀ ਹਾਂ। ਔਰ ਅੱਜ 117 ਡੈਮੋਕ੍ਰੇਸੀਜ਼ ਹੈ। 30 ਤੋਂ ਅਸੀਂ ਕਿੱਥੇ ਆਏ ਹਾਂ, 117। ਇਹਦੇ ਵਿੱਚ ਨੋ ਡਾਊਟ ਅਮਰੀਕਾ ਦਾ ਰੋਲ ਹੈ, ਔਰ ਆਪਾਂ ਥੋੜੇ ਜਿਹੇ ਸਿਵਲਾਈਜ਼ਡ ਵੀ ਹੋਏ ਹਾਂ। ਲੇਕਿਨ 2019 ਔਰ 18-19 ਚ ਦੇਖਿਆ ਗਿਆ ਕਿ 67 ਕੰਟਰੀਜ਼ ਚ ਜਿਹੜੇ ਡੈਮੋਕ੍ਰੈਟਿਕ ਪ੍ਰੋਸੈਸ ਸੀਗੀਆਂ, ਉਹਦਾ ਡਾਊਨਫਾਲ ਆਇਆ, ਜੋ ਕਿ ਅਮਰੀਕਾ ਲਈ ਇੱਕ ਚਿੰਤਾ ਦਾ ਵਿਸ਼ੇ ਸੀਗਾ। ਜਿਸ ਕਰਕੇ ਅਮਰੀਕਾ ਨੇ ਦੁਬਾਰਾ ਇਹ ਸੋਚਿਆ ਕਿ ਮੈਂ ਦੁਬਾਰਾ ਐਫਰਟਸ ਲਗਾਣੇ ਹੈ ਕਿ ਡੈਮੋਕ੍ਰੇਸੀ ਨੂੰ ਬਹਾਲ ਕੀਤਾ ਜਾਵੇ ਦੁਨੀਆ 'ਚ। ਫਿਰ ਕੋਵਿਡ ਆ ਗਿਆ, ਔਰ ਫਿਰ ਇਸੇ ਕਰਕੇ 21 'ਚ ਸਮਿਟ ਹੋਇਆ, ਔਰ ਹੁਣ ਸਮਿਟ ਇੱਕ 23 'ਚ ਹੋਣ ਜਾ ਰਿਹਾ ਹੈ। ਲੇਕਿਨ ਦੂਸਰੇ ਪਾਸੇ ਜਿਹੜੇ ਦੂਸਰੇ ਸਕਾਲਰਸ ਹੈ, ਖਾਸ ਕਰ ਮੈਂ ਪੁਰਾਣੇ ਸਕਾਲਰਸ ਦਾ ਨਾਮ ਲਵਾਂਗੀ, ਜਿੱਦਾਂ ਕਿ ਰॉबर्ट कैपलन ਹੈ, ਠੀਕ ਹੈ, ਇਹ ਇੱਕ ਵਿਸ਼ੇਸ਼ज्ञ ਹੈ। ਔਰ ਹੋਰ ਵੀ ਕਈ ਸਕਾਲਰਸ ਨੇ ਜਿਹੜਾ ਇਹ ਮੰਨਦੇ ਹੈ ਕਿ ਅਮਰੀਕਾ ਦੀ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਡੈਮੋਕ੍ਰੇਸੀ ਬਹਾਲ ਕਰਨ ਨਾਲ ਦੁਨੀਆ 'ਚ ਸ਼ਾਂਤੀ ਆ ਜਾਏਗੀ। ਉਹਨਾਂ ਨੂੰ ਲੱਗਦਾ ਹੈ ਟੋਟਲ ਇੱਕ ਮਿਥ ਹੈ। ਨੰਬਰ 2, ਉਹਨਾਂ ਨੂੰ ਲੱਗਦਾ ਹੈ ਕਿ ਰਾਦਰ ਜਿਹੜੀ ਡੈਮੋਕ੍ਰੇਸੀ ਹੈ ਡੈਟ ਐਨਕਰੇਜਸ ਵਾਰ, ਕਿਉਂਕਿ ਡੈਮੋਕ੍ਰੈਟਿਕ ਪ੍ਰੋਸੈਸਸ ਇਹੋ ਜਿਹੀਆਂ ਨੇ, ਇਲੈਕਸ਼ਨਸ ਇਹੋ ਜਿਹੇ ਹੁੰਦੇ ਆ ਕਿ ਵਾਰ ਹੋ ਜਾਂਦੇ ਆ, ਔਰ ਇਲੈਕਸ਼ਨ ਜਿੱਤਣ ਦੇ ਖਾਤਰ ਜਿਹੜੇ ਲੀਡਰ ਹੁੰਦੇ ਆ ਆਪਣੇ ਦੇਸ਼ ਨੂੰ ਵੀ ਵੇਚ ਦਿੰਦੇ ਆ। ਨੰਬਰ 3, ਉਹ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਡੈਮੋਕ੍ਰੇਸੀ ਉੱਥੇ ਸਕਸੈਸਫੁਲ ਹੈ ਜਿੱਥੇ ਲਿਬਰਲ ਸੁਸਾਇਟੀਜ਼ ਹੈ, ਲੇਕਿਨ ਜਿੱਥੇ ਸੁਸਾਇਟੀਜ਼ ਲਿਬਰਲ ਨਹੀਂ ਹੈ, ਜਿੱਥੇ ਪਿਛੜੇ ਹੋਏ ਲੋਕ ਨੇ, ਜਾਂ ਜਿੱਥੇ ਇੰਨਾ ਫਰੀडम ਨਹੀਂ ਹੈ ਧਰਮ ਨੂੰ ਲੈ ਕੇ ਜਾਂ ਬਾਕੀ ਚੀਜ਼ਾਂ ਨੂੰ ਲੈ ਕੇ, ਉੱਥੇ ਡੈਮੋਕ੍ਰੇਸੀ ਸਕਸੈਸਫੁਲ ਹੋ ਹੀ ਨਹੀਂ ਸਕਦੀ। ਦੂਸਰੀ ਗੱਲ, ਲੋਕ ਇਹ ਵੀ ਕਹਿੰਦੇ ਆ ਕਿ ਅਮਰੀਕਾ ਨੇ ਠੇਕਾ ਲਿਆ ਹੋਇਆ ਡੈਮੋਕ੍ਰੇਸੀ ਨੂੰ ਸਪਰੈਡ ਕਰਾਉਣ ਦਾ, ਅਸੀਂ ਅਮਰੀਕਨ ਦੀ ਵਰਜ਼ਨ ਕਿਉਂ ਮੰਨੀਏ? Right. Why not Chinese version? Why not the version of Russian Putin version? Why not the Indian version? So ਇਸ
ਇਸ ਮੁੱਦੇ ਉੱਤੇ देयर इज टू स्कूल ऑफ थॉट्स बट फिलहाल ਜਿਹੜੀ ਅੱਜ ਦੀ ਗੱਲ ਇਹ ਹੈ ਕਿ ਅਮਰੀਕਾ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਬਹਾਲ ਕਰਨ 'ਚ ਪੂਰੀ ਸ਼ਿੱਦਤ ਨਾਲ ਲੱਗਾ ਹੋਇਆ ਹੈ। ਸੰਜੀਵ ਜੀ, ਇੰਡੀਅਨ ਪਰਸਪੈਕਟਿਵ, ਇੰਡੀਅਨ ਵਰਜ਼ਨ, ਤੁਸੀਂ ਹੁਣੇ ਗੱਲ ਕੀਤੀ ਹੈ ਚਾਈਨੀਜ਼ ਵਰਜ਼ਨ, ਰਸ਼ੀਅਨ ਵਰਜ਼ਨ, ਵਾਈ ਨਾਟ ਇੰਡੀਅਨ ਵਰਜ਼ਨ? ਸੋ ਵਾਟ ਇਜ਼ ਇੰਡੀਅਨ ਵਿਜ਼ਡਮ, ਏਸ਼ੀਅਨ ਵਿਜ਼ਡਮ, what is Indian version? India ਨੂੰ ਜੇ ਅਸੀਂ ਦੇਖੀਏ ਕਿਉਂਕਿ ਇਸ ਅ ਨਿਊ ਪਲੇਅਰ ਔਨ ਇੰਟਰਨੈਸ਼ਨਲ ਪਲੇਟਫਾਰਮ ਔਰ ਅੱਜ ਇੰਡੀਆ ਦੀ ਗੱਲ ਸੁਣੀ ਵੀ ਜਾਂਦੀ ਹੈ, ਇੰਡੀਆ ਨੂੰ ਇੱਕ ਵੈਲਿਊ ਦਿੱਤੀ ਜਾਂਦੀ ਹੈ। ਸੋ ਇੰਡੀਅਨ ਵਰਜ਼ਨ ਕੀ ਹੈ ਡੈਮੋਕ੍ਰੇਸੀ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ? ਕਿਉਂਕਿ ਅਸੀਂ ਟੋਲਰੈਂਸ ਦੀ ਨੀਤੀ ਨੂੰ ਲੈ ਕੇ ਚੱਲਦੇ ਹਾਂ ਕਿ ਦੂਸਰੇ ਦੀ ਐਗਜ਼ਿਸਟੈਂਸ ਨੂੰ ਅਸੀਂ ਬਰਦਾਸ਼ਤ ਕਰੀਏ, ਦੂਸਰੇ ਦੀ ਐਗਜ਼ਿਸਟੈਂਸ ਨੂੰ ਅਸੀਂ ਐਕਸੈਪਟ ਕਰੀਏ, ਟੋਲਰੈਂਟ ਬਣੀਏ। ਸੋ ਕਿਉਂਕਿ ਵੱਖ-ਵੱਖ ਕਲਚਰ ਨੇ, ਵੱਖ-ਵੱਖ ਭਾਸ਼ਾਵਾਂ ਨੇ। ਜੇ ਗਲੋਬਲਾਈਜੇਸ਼ਨ ਦੀ ਗੱਲ ਕਰਾਂਗੇ, ਸਾਰੇ ਕਲਚਰ, ਸਾਰੀਆਂ ਲੈਂਗੁਏਜਿਸ, ਸਾਰਾ ਵੇ ਆਫ ਲਿਵਿੰਗ ਸਾਨੂੰ ਐਕਸੈਪਟ ਕਰਨਾ ਪਏਗਾ ਕਿਉਂਕਿ ਵਨ ਵੇ ਆਫ ਲਿਵਿੰਗ, ਵਨ ਲੈਂਗੁਏਜ ਓਫੀਸ਼ੀਅਲ ਤਾਂ ਹੋ ਸਕਦੀ ਹੈ ਪਰ ਸਭ ਦੀ ਆਪਣੀ ਆਪਣੀ ਇੱਕ ਮਦਰ ਲੈਂਗੁਏਜ ਹੈ, ਉਸ ਨੂੰ ਅਸੀਂ ਕ੍ਰੈਸ਼ ਨਹੀਂ ਕਰ ਸਕਦੇ, ਕਲਚਰ ਨੂੰ ਅਸੀਂ ਕ੍ਰੈਸ਼ ਨਹੀਂ ਕਰ ਸਕਦੇ। ਇੱਕ ਮਿਡਵੇ ਸਾਨੂੰ ਕੱਢਣਾ ਪਏਗਾ। ਵੀ ਹੈਵ ਟੂ ਐਕਸੈਪਟ ਐਵਰੀਵਨ, ਤਾਂ ਗਲੋਬਲਾਈਜੇਸ਼ਨ ਸੰਭਵ ਹੈ, ਨਹੀਂ ਤੇ ਹਮੇਸ਼ਾ ਕਲੈਸ਼ਿਸ ਹੁੰਦੀਆਂ ਰਹਿਣਗੀਆਂ। ਸੋ ਇਹ ਹੈ ਇੰਡੀਅਨ ਪਰਸਪੈਕਟਿਵ, ਜੋ ਅਸੀਂ ਕਹਿੰਦੇ ਹਾਂ ਕਿ ਪੂਰੀ ਦੁਨੀਆ ਇੱਕ ਪਰਿਵਾਰ ਹੈ। ਸੋ ਇਸ ਨਜ਼ਰੀਏ ਨਾਲ ਇੰਡੀਅਨ ਵਿਜ਼ਡਮ ਕੀ ਕਹਿੰਦੀ ਹੈ ਡੈਮੋਕ੍ਰੇਸੀ ਨੂੰ ਲੈ ਕੇ, ਜਿਸ ਦੀ ਅੱਜ ਪੂਰੀ ਦੁਨੀਆ ਨੂੰ ਜ਼ਰੂਰਤ ਹੈ, ਗਲੋਬਲਾਈਜੇਸ਼ਨ ਨੂੰ ਜ਼ਰੂਰਤ ਹੈ? ਸੰਜੀਵ ਜੀ, ਤੁਸੀਂ ਮੈਨੂੰ ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈ। ਰੀਜ਼ਨ ਹੈ ਕਿ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ, present government is putting lot of efforts just like the American to popularize the Indian concept of democracy। ਜੇ ਅਸੀਂ ਇੰਡੀਅਨ ਕਨਸੈਪਟ ਆਫ ਡੈਮੋਕ੍ਰੇਸੀ ਨੂੰ ਬਹੁਤ ਆਸਾਨ ਭਾਸ਼ਾ 'ਚ ਸਮਝਣਾ ਤੇ ਇਹਦੇ 'ਚ ਮੈਂ ਦੋ ਫਰੇਜ਼ਸ ਯੂਜ਼ ਕਰਾਂਗੀ, ਵਾਸੂਦੇਵ ਕੁਟੁੰਬਕਮ ਔਰ ਜਿਹੜੇ ਸਾਡੇ ਪੰਚ ਪਰਮੇਸ਼ਵਰ, ਪੰਚਾਇਤੀ ਸਿਸਟਮ। ਇਹ ਦੋ ਚੀਜ਼ਾਂ ਦੀ ਮੈਨੂੰ ਲੱਗਦਾ ਕਿ ਹਰ ਇੱਕ ਇੰਡੀਅਨ ਨੂੰ ਇਹਦੀ ਕਲੈਰਿਟੀ ਹੈ ਔਰ ਇਸ ਤੋਂ ਜ਼ਿਆਦਾ ਵੱਡੀ ਡੈਮੋਕ੍ਰੇਸੀ ਹੋ ਹੀ ਨਹੀਂ ਸਕਦੀ ਕਿ ਅਸੀਂ ਪੂਰੀ ਦੁਨੀਆ ਨੂੰ ਇੱਕ ਯੂਨਿਟ ਫੈਮਿਲੀ ਦਾ ਇੱਕ ਯੂਨਿਟ ਲੈ ਕੇ ਚੱਲੀਏ। ਪ੍ਰੈਜ਼ੈਂਟ ਗਵਰਨਮੈਂਟ ਦੀ ਗੱਲ ਕਰਾਂਗੀ। ਜੇ ਪਿਛਲੇ ਤੁਸੀਂ 2-3 ਸਾਲਾਂ ਤੋਂ ਜੇ ਤੁਸੀਂ ਪ੍ਰੈਜ਼ੀਡੈਂਟ ਦੇ ਜਿੰਨੀਆਂ ਵੀ ਸਪੀਚਸ ਹੋ ਰਹੀਆਂ, ਪਬਲਿਕ ਸਪੀਚਸ ਹੋ ਰਹੇ ਹੈ, ਖਾਸ ਕਰ 15 ਅਗਸਤ ਦੇ ਮੌਕੇ ਤੇ ਜਾਂ ਰਿਪਬਲਿਕ ਡੇ ਤੇ ਜਾਂ ਗਾਂਧੀਅਨ ਜਯੰਤੀ ਤੇ ਜਾਂ ਹੋਰ ਕੁਛ ਏਦਾਂ ਦੇ ਰਿਲੇਟਡ ਜਿਹੜੇ ਹੈ, ਉੱਥੇ ਤੁਸੀਂ ਦੇਖੋਗੇ ਕਿ ਪਿਛਲੇ 2-3 ਸਾਲਾਂ ਤੋਂ ਮੋਦੀ ਜੀ ਕਹਿ ਰਹੇ ਨੇ ਕਿ ਇੰਡੀਆ ਇਜ਼ ਦੀ ਮਦਰ ਡੈਮੋਕ੍ਰੇਸੀ। ਉਹ ਇਹ ਨਹੀਂ ਕਹਿ ਰਹੇ ਕਿ ਡੈਮੋਕ੍ਰੇਸੀ ਇੰਡੀਆ ਇੱਕ ਡੈਮੋਕ੍ਰੇਸੀ, ਉਹ ਕਹਿ ਰਹੇ ਇੰਡੀਆ ਇਜ਼ ਦੀ ਮਦਰ ਡੈਮੋਕ੍ਰੇਸੀ। ਹੁਣ ਜੇ ਅਸੀਂ ਇਹਨੂੰ ਐਨਾਲਾਈਜ਼ ਕਰੀਏ, ਬਰੀਕੀ 'ਚ ਜਾਈਏ, ਉਹ ਏਦਾਂ ਕਿਉਂ ਕਹਿ ਰਹੇ ਨੇ? ਐਕਚੁਅਲੀ ਇੰਡੀਆ ਦੇ ਅੰਦਰ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ ਔਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਇਹ ਦੱਸਿਆ ਜਾ ਰਿਹਾ, ਭਾਈ ਜਿਹੜੀ ਤੁਸੀਂ ਡੈਮੋਕ੍ਰੇਸੀ ਦੀ ਗੱਲਬਾਤ ਕਰ ਰਹੇ ਹੋ, ਇਹ ਸਾਨੂੰ ਵੈਸਟਰਨ ਵਰਲਡ ਨੇ ਨਹੀਂ ਦਿੱਤੀ ਹੈ। ਵੈਸਟਰਨ ਵਰਲਡ ਇਹ ਪ੍ਰੋਜੈਕਟ ਕਰਦਾ ਕਿ ਡੈਮੋਕ੍ਰੇਸੀ ਸਾਡੀ ਦੇਣ ਹੈ। ਇੰਡੀਆ 'ਚ ਅੱਜ ਤਾਕਤ ਹੈ ਬੋਲਣ ਦੀ। ਇੰਡੀਆ ਅੱਜ ਆਪਣੀ ਗੱਲਬਾਤ ਦੁਨੀਆ ਦੇ ਸਾਹਮਣੇ ਰੱਖ ਸਕਦਾ, ਆਪਣੀ ਫਿਲਾਸਫੀ ਨੂੰ ਰੱਖ ਸਕਦਾ ਤੇ ਉਹ ਦੁਨੀਆ ਨੂੰ ਕਹਿ ਰਿਹਾ ਹੈ ਕਿ ਜੇ ਤੁਸੀਂ ਸਾਡੇ ਪੁਰਾਣੇ ਰਿਲੀਜੀਅਸ ਸਕ੍ਰਿਪਚਰਸ ਦੇਖ ਲਓ, ਭਾਵੇਂ ਤੁਸੀਂ ਸਾਡੇ ਵੇਦ ਦੇਖ ਲਓ, ਗੁਰੂ ਗ੍ਰੰਥ ਸਾਹਿਬ ਜੀ ਦੇਖ ਲਓ, ਡੈਮੋਕ੍ਰੇਸੀ ਤਾਂ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਹੈ। ਹੁਣ ਇੱਥੇ ਇੱਕ ਇਹ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੈਰੇਟਿਵ ਨਹੀਂ, ਮੈਂ ਇਹਨੂੰ ਕਹੂੰਗੀ ਕਿ ਰਿਐਲਿਟੀ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਇੰਡੀਆ ਵੈਸਟਰਨ ਵਰਲਡ ਨੇ ਸਾਨੂੰ ਨਹੀਂ ਦਿੱਤੀ, ਅਸੀਂ ਆਪ ਸક્ષਮ ਹਾਂ, ਅਸੀਂ ਆਪ ਆਪਣੀ ਡੈਮੋਕ੍ਰੇਸੀ ਨੂੰ ਡਿਜ਼ਾਈਨ ਕਰ ਸਕਦੇ ਹਾਂ। ਏਦਾਂ ਹੀ ਇਸੇ ਤਰ੍ਹਾਂ ਹੀ ਡੈਮੋਕ੍ਰੇਸੀ ਤੋਂ ਇੱਕ ਹੋਰ ਨਵਾਂ ਵਰਡ ਅੱਜ ਕੱਲ੍ਹ ਬੜਾ ਯੂਜ਼ ਹੋ ਰਿਹਾ, ਸਨਾਤਨ ਇਕੋਨਮੀ। ਉਹ ਆਪਾਂ ਬਾਅਦ 'ਚ ਜਾ ਕੇ ਡਿਸਕਸ ਕਰਾਂਗੇ ਕਿ ਵਾਟ ਡਜ਼ ਇਟ ਮੀਨ। ਲੇਕਿਨ ਜਿਹੜੀ ਸਾਡੀ ਇੰਡੀਅਨ ਡੈਮੋਕ੍ਰੇਸੀ ਹੈ, ਤੁਹਾਨੂੰ ਪਤਾ G20 ਦਾ ਜਿਹੜਾ ਇੰਨਾ ਵੱਡਾ ਅਫੇਅਰ ਚੱਲ ਰਿਹਾ ਹੈ ਅੱਜ ਇਹ ਸਾਲ ਪੂਰਾ, ਤੁਸੀਂ ਜਿੰਨੇ ਵੀ ਸਕੂਲ ਕਾਲਜਸ ਦੇਖੋਗੇ, ਯੂਨੀਵਰਸਿਟੀਜ਼ ਦੇਖੋਗੇ, ਵੱਖ-ਵੱਖ ਜਗ੍ਹਾ ਤੇ ਡੈਮੋਕ੍ਰੇਸੀ ਨੂੰ ਲੈ ਕੇ ਲੈਕਚਰ ਕਰਾਏ ਜਾ ਰਹੇ ਹਨ। ਸ਼ੇਅਰਡ ਫਿਊਚਰ ਉਹਦਾ ਨਾਮ ਹੈ, ਸ਼ੇਅਰਡ ਫਿਊਚਰ ਡੈਮੋਕ੍ਰੇਸੀ ਐਂਡ ਗਵਰਨੈਂਸ। ਤੇ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਉਹ ਇਹ ਚਾਹੁੰਦੀ ਹੈ ਕਿ ਲੋਕਾਂ ਦੇ ਦਿਮਾਗ 'ਚ ਇਹ ਪਾਇਆ ਜਾਵੇ ਵੀ ਡੈਮੋਕ੍ਰੇਸੀ ਦਾ ਮਤਲਬ ਵੋਟਿੰਗ ਸਾਈਕਲ ਤੋਂ ਇਲਾਵਾ ਵੀ ਹੈ। ਐਂਡ ਸਰਕਾਰ ਪ੍ਰੋਗਰਾਮਸ ਡਿਜ਼ਾਈਨ ਕਰ ਰਹੀ ਹੈ ਜਿਹਦੇ ਨਾਲ ਬੱਚਿਆਂ ਨੂੰ, ਜਿਹੜੀ ਯੂਥ ਹੈ ਇੰਡੀਆ ਦੀ, ਉਹਦੇ 'ਚ ਸਕਿੱਲ ਇੰਪਾਰਟ ਕੀਤੀ ਜਾਵੇ ਕਿ ਕਿਵੇਂ ਉਹਨਾਂ ਨੇ ਪੋਲੀਟੀਕਲੀ ਬਿਹੇਵ ਕਰਨਾ। ਕਿਉਂਕਿ ਅਨਫੋਰਚੂਨੇਟਲੀ ਸਾਡੇ ਕੋਲ ਇਹਦੇ ਲਈ ਕੋਈ ਸਿਲੇਬਸ ਨਹੀਂ ਹੈ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਪ੍ਰੈਜ਼ੈਂਟ ਗਵਰਨਮੈਂਟ ਲੈ ਕੇ ਆ ਰਹੀ ਹੈ
ਉਹਦੇ 'ਚ ਵੀ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਲੀਡਰਸ਼ਿਪ ਦੀ। ਸੰਜੀਵ ਜੀ, ਕਿ ਡੀ-ਡਾਲਰਾइजेशन ਦੀ ਹਮੇਸ਼ਾ ਗੱਲ ਹੁੰਦੀ ਹੈ ਔਰ ਪੂਰੀ ਦੁਨੀਆ ਇੱਕ ਬਿਜ਼ਨਸ ਬਣ ਚੁੱਕਾ ਹੈ, ਟ੍ਰੇਡ ਬਣ ਚੁੱਕਾ ਹੈ, ਇਕਨੋਮੀ ਨੂੰ ਧਿਆਨ 'ਚ ਰੱਖ ਕੇ ਇਕਨੋਮਿਕ ਵਾਰ ਲੜੀ ਜਾਂਦੀ ਹੈ। ਸੋ ਡੀ-ਡਾਲਰਾइजेशन ਦਾ ਡੈਮੋਕ੍ਰੇਸੀ ਨਾਲ ਕੀ ਸੰਬੰਧ ਹੈ ਮਾਡਰਨ ਇਰਾ ਦੇ ਵਿੱਚ? ਇੱਕ ਬਰੀਫ ਆਨਸਰ। ਸਭ ਤੋਂ ਪਹਿਲੇ ਤਾਂ ਡਾਲਰਾਈਜੇਸ਼ਨ ਸ਼ੁਰੂ ਹੁੰਦੀ 1970 'ਚ, ਠੀਕ ਹੈ। ਅਮਰੀਕਾ ਡਾਲਰਾਈਜੇਸ਼ਨ ਦਾ ਮਤਲਬ ਕੀ ਹੈ ਕਿ ਜੋ ਵੀ ਵਪਾਰ ਹੋਏਗਾ ਉਹ ਡਾਲਰਸ 'ਚ ਪੇਮੈਂਟ ਹੋਏਗੀ, ਅਮਰੀਕਾ ਕਰੇਗਾ, ਠੀਕ ਹੈ। ਔਰ ਹੁਣ ਪਹਿਲੀ ਪਹਿਲ ਕੀਤੀ ਸੀਗੀ ਰਸ਼ੀਆ ਨੇ, ਉਹਨੇ ਕਿਹਾ ਨਹੀਂ ਮੈਂ ਆਪਣੀ ਕਰੰਸੀ 'ਚ ਕਰਨਾ ਹੈ। ਫਿਰ ਚਾਈਨਾ ਨੇ ਔਰ ਫਿਰ ਇੰਡੀਆ ਨੇ ਵੀ, ਇੰਡੀਆ ਵੀ ਕਰ ਰਿਹਾ। 3 ਮੁਲਕ ਇਸ ਟਾਈਮ ਹੈ ਜਿਹੜੀ ਕੋਸ਼ਿਸ਼ ਕਰ ਰਹੇ ਕਿ ਨਹੀਂ ਅਸੀਂ ਆਪਣੀ ਕਰੰਸੀ 'ਚ ਕੰਮ ਕਰਨਾ ਹੈ ਜੀ। ਹੁਣ ਇਹ ਵਾਲਾ ਵਿਚਾਰ ਕਿਉਂ ਆ ਰਿਹਾ ਇੰਟਰਨੈਸ਼ਨਲ ਰਿਲੇਸ਼ਨਸ, ਕਿਉਂ ਕੰਟਰੀਜ਼ ਲਾਈਕ ਰਸ਼ੀਆ, ਚਾਈਨਾ ਐਂਡ ਇੰਡੀਆ, ਠੀਕ ਹੈ, ਦੇ ਆਰ ਪੋਪੂਲਰਾਈਜ਼ਿੰਗ ਜਾਂ ਇਹ ਡੀ-ਡਾਲਰਾਈਜੇਸ਼ਨ ਦੀ ਗੱਲਬਾਤ ਕਿਉਂ ਆ ਰਹੀ ਹੈ? ਉਹਦਾ ਰੀਜ਼ਨ ਇਹ ਹੈ ਕਿ ਆਮ ਜਨਤਾ ਇਹ ਸੋਚਦੀ ਹੈ ਕਿ ਨਾ ਡਾਲਰ 'ਚ ਨਾ ਇੱਕ ਟਰਸਟ ਫੈਕਟਰ ਹੈ। ਟਰਸਟ ਫੈਕਟਰ ਇੱਦਾਂ ਹੈ ਕਿ ਪੇਮੈਂਟ ਨਹੀਂ ਮਰਨੀ, ਜਿੰਨੇ ਮਰਜ਼ੀ ਉਹ ਆਪਣੇ ਡਾਲਰ ਜਿਹੜੇ ਆ ਪ੍ਰਿੰਟ ਕਰੀ ਜਾਣਗੇ ਐਂਡ ਦੇ ਕੈਨ ਮੇਕ ਦੀ ਪੇਮੈਂਟ, ਠੀਕ ਹੈ। ਰਾਈਟ। contrary to this, ਇੰਡੀਆ ਨਹੀਂ ਏਦਾਂ ਕਰ ਸਕਦਾ, ਰਸ਼ੀਆ ਨਹੀਂ ਏਦਾਂ ਕਰ ਸਕਦਾ, ਚਾਈਨਾ ਨਹੀਂ ਏਦਾਂ ਕਰ ਸਕਦਾ। ਇੱਕ ਨਾ ਨਵਾਂ ਅੱਜਕੱਲ ਮੁਹਿੰਮ ਚੱਲ ਪਈ ਹੈ ਆਪਣੀ ਮਾਈਨਸ, ਜਿਹੜੀ 골ਡ ਮਾਈਨਸ ਹੈ। ਤੁਸੀਂ ਕਈ ਖਬਰਾਂ ਸੁਣੀਆਂ ਹੋਣਗੀਆਂ ਜੀ, ਲਿਥੀਅਮ ਮਿਲਿਆ ਇੰਡੀਆ ਵਿੱਚ, ਬ੍ਰਾਜ਼ੀਲ 'ਚ ਮਿਲਿਆ। ਅੱਜਕੱਲ ਜਿੰਨੀ ਵੀ ਕੰਟਰੀਜ਼ ਨੂੰ ਆਪਣੇ ਰਿਸੋਰਸਿਸ ਨੂੰ, ਮਾਈਨਸ ਨੂੰ ਪ੍ਰੋਟੈਕਟ ਕਰਨ 'ਚ ਲੱਗੇ ਹੋਏ ਆ, ਕਿਉਂਕਿ ਆਉਣ ਵਾਲੇ ਟਾਈਮ 'ਚ ਮਤਲਬ ਮਾਈਨਸ ਜਿਹੜਾ 골ਡ ਹੈ ਤੁਹਾਡਾ, ਠੀਕ ਹੈ, ਮਤਲਬ ਬਾਰਟਰ ਸਿਸਟਮ ਜਿੱਦਾਂ ਅਸੀਂ ਪਹਿਲੇ ਕਰਦੇ ਸੀ। ਬਾਰਟਰ ਸਿਸਟਮ 'ਚ ਕੀ ਹੁੰਦਾ ਸੀ? ਨਾ ਓਵਰ ਪ੍ਰੋਡਕਸ਼ਨ ਹੁੰਦੀ ਸੀਗੀ, ਨਾ ਅੰਡਰ ਪ੍ਰੋਡਕਸ਼ਨ ਹੁੰਦੀ ਸੀ, ਐਂਡ ਪ੍ਰੋਡਕਟ ਨਿਕਲਦਾ ਹੁੰਦਾ ਸੀਗਾ। ਐਂਡ ਪ੍ਰੋਡਕਟ ਨਾਲ ਕੀ ਹੁੰਦਾ ਸੀ? ਥੋੜੀ ਇਕੁਐਲਿਟੀ ਹੁੰਦੀ ਸੀ, ਸਾਰੇ ਰਲ ਮਿਲ ਕੇ ਬਰਾਬਰ ਦਾ ਖਾਂਦੇ ਸੀਗੇ। ਲੇਕਿਨ ਇਹ ਜਿਹੜੇ ਦੋ ਸਿਸਟਮ ਹੈ ਨਾ, ਕਮਿਊਨਿਜ਼ਮ ਤੇ ਕੈਪੀਟਲਿਜ਼ਮ, ਇਹਨਾਂ ਨੇ ਦੁਨੀਆ ਨੂੰ ਬਿਮਾਰ ਕਰਕੇ ਰੱਖ ਦਿੱਤਾ ਹੈ, ਸਾਈਕੋਲੋਜੀਕਲੀ ਵੀ, ਇਮੋਸ਼ਨਲੀ ਵੀ, ਇਕਨੋਮਿਕਲੀ ਵੀ। ਹੁਣ ਕੈਪੀਟਲਿਜ਼ਮ ਦੀ ਵਜ੍ਹਾ ਨਾਲ ਅੱਜ ਦੁਨੀਆ ਦੇ ਅੰਦਰ 60% ਡਿਵੋਰਸ ਕੇਸਿਸ ਹੈ। ਔਰ ਕਮਿਊਨਿਜ਼ਮ ਨੇ ਕੀ ਕੀਤਾ? ਸਾਰਾ 60% ਸਟੇਟ ਕੰਟਰੋਲ ਕਰਤਾ ਸਾਰਾ। ਬਟ ਜਿਹੜਾ ਇੰਡੀਆ ਹੈ ਉਹ ਇੱਕ ਮਿਡ ਪਾਥ ਸ਼ੁਰੂ ਤੋਂ ਹੀ ਫੋਲੋ ਕਰ ਰਿਹਾ ਸੀਗਾ। ਤੇ ਹੁਣ ਦੁਬਾਰਾ ਦੁਨੀਆ ਦੀ ਕੋਸ਼ਿਸ਼ ਇਹੀ ਹੈ ਕਿ ਜਿਹੜੀ ਅਮਰੀਕਾ ਨੇ ਮੋਨੋਪੋਲੀਜ਼, ਮੈਂ ਤੁਹਾਨੂੰ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਦੱਸਦੀ ਹਾਂ ਜੀ। ਚਾਈਨਾ ਤੇ ਇੰਡੀਆ ਔਰ ਚਾਈਨਾ ਦਾ ਜਦੋਂ ਵਾਰ ਹੋਇਆ 1962 ਚ, ਠੀਕ ਹੈ, ਤੇ ਚਾਈਨਾ ਨੇ ਉਸ ਤੋਂ ਬਾਅਦ ਇੱਕ ਮੁਹਿੰਮ ਸ਼ੁਰੂ ਕੀਤੀ ਆਪਣੇ ਦੇਸ਼ ਵਿੱਚ, ਕਲਚਰਲ ਰੈਵੋਲੂਸ਼ਨ ਜੀ। ਉਸ ਮੁਹਿੰਮ 'ਚ ਇੱਕ ਕੰਪੋਨੈਂਟ ਇਹ ਵੀ ਸੀਗਾ ਕਿ ਚਾਈਨਾ ਦੇ ਅੰਦਰ ਇੰਡੀਅਨ ਜਿਹੜੇ ਬੁੱਧਿਜ਼ਮ ਹੈ ਜਾਂ ਇੰਡੀਅਨ ਜਿਹੜੇ ਫੈਸਟੀਵਲਸ ਹੈ ਉਹਦਾ ਥੋੜਾ ਪ੍ਰਭਾਵ ਸੀਗਾ। ਉਸ ਪ੍ਰਭਾਵ ਨੂੰ ਖਤਮ ਕਰਨ ਲਈ ਉਹਨਾਂ ਨੇ ਅੰਦੋਲਨ ਚਲਾਇਆ ਔਰ ਉਹਨਾਂ ਨੂੰ ਬਿਲਕੁਲ ਕੱਟ ਫਟ ਕੇ ਰੱਖ ਦਿੱਤਾ। ਜੋ ਵੀ ਰਿਲੀਜੀਅਸ ਫੈਸਟੀਵਲ ਸੀ ਜਾਂ ਜੋ ਵੀ ਚਾਈਨਾ ਔਰ ਇੰਡੀਆ ਦੇ ਦੌਰਾਨ ਸ਼ੇਅਰਡ ਕਲਚਰਲ ਜੋ ਟਾਈਜ਼ ਸੀਗੀਆਂ, ਵੈਲਿਊਜ਼ ਸਿੱਖੀਆਂ ਜਾਂ ਫੈਸਟੀਵਲ ਦੀ ਸੈਲੀਬ੍ਰੇਸ਼ਨ ਸੀ। ਹੁਣ ਅੱਜ 2023 ਚ ਸ਼ੀ ਜਿਨਪਿੰਗ ਨੇ ਦੁਬਾਰਾ ਉਹ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਜਿਹੜੀਆਂ ਛੁੱਟੀਆਂ ਹੁੰਦੀਆਂ ਸੀਗੀਆਂ ਰਿਲੇਟਡ ਟੂ ਫੈਸਟੀਵਲਸ, ਹਨਾ, ਉਹ ਜਿਹੜਾ ਕਲਚਰ ਸੀ ਉਹ ਕਿਉਂ ਕੀਤਾ ਜਾ ਰਿਹਾ ਹੈ? ਉਹ ਇੱਕ ਪਾਰਟ ਹੈ ਡੀ-ਡਾਲਰਾਈਜੇਸ਼ਨ ਦੇ ਪ੍ਰੋਸੈਸ ਨਾਲ ਕਿ ਇੰਡੀਆ ਔਰ ਚਾਈਨਾ they should now ਦੁਬਾਰਾ ਆਪਣੀ ਵੈਲਿਊ ਸਿਸਟਮ 'ਚ ਵਾਪਸ ਜਾ। ਰਾਈਟ। ਇੱਕ ਹੋਰ ਮੈਂ ਗੱਲ ਤੁਹਾਨੂੰ ਦੱਸਣਾ ਚਾਹੂੰਗੀ that is also equally interesting ਕਿ ਅਮਰੀਕਾ ਔਰ ਚਾਈਨਾ, ਇਹਨਾਂ ਦੋਨਾਂ ਨੇ they are the number 1 economies ਜੀ। ਲੇਕਿਨ ਇਹਨਾਂ ਨੂੰ ਲੱਗਦਾ ਕਿ ਮੈਂ ਇੰਨੀ ਮੈਨੂਫੈਕਚਰਿੰਗ ਕੀਤੀ, এনवायरमेंटल ਪੋਲਿਊਸ਼ਨ ਕੀਤੀ, ਇੰਨਾ ਕੁਝ ਮੈਨੂਫੈਕਚਰਿੰਗ ਦਾ ਹੱਬ ਹੈ, ਫਿਰ ਵੀ ਚਾਈਨਾ ਉਨਾ ਪੈਸਾ ਨਹੀਂ ਕਮਾ ਸਕਿਆ ਜਿੰਨਾ ਅਮਰੀਕਾ ਨੇ ਕਮਾ ਲਿਆ, ਕਿਉਂਕਿ ਬਿਕੋਜ਼ ਆਫ ਦ ਡਾਲਰਾਈਜੇਸ਼ਨ। ਇਹ ਵੀ ਚਾਈਨਾ ਨੂੰ ਕਿਤੇ ਨਾ ਕਿਤੇ ਚੁੱਭ ਰਿਹਾ ਹੈ। ਤੇ ਲੇਕਿਨ ਅਮਰੀਕਾ ਹੁਣ ਫਿਰ ਇੱਕ ਮੁਹਿੰਮ ਚਲਾਏਗਾ ਕਿ ਦੁਬਾਰਾ ਆਪਣੀ ਡਾਲਰਾਈਜੇਸ਼ਨ ਨੂੰ ਕਿੱਦਾਂ ਉਹਨੂੰ ਬਰਕਰਾਰ ਰੱਖੇ। ਤੁਹਾਨੂੰ ਰੋਜ਼ ਆਉਣ ਵਾਲੇ ਟਾਈਮ 'ਚ ਖਬਰਾਂ ਹੁਣ ਮਿਲਦੀਆਂ ਰਹਿਣਗੀਆਂ, ਕਦੀ ਇੰਡੀਆ ਨੂੰ ਅਟੈਕ ਕੀਤਾ ਜਾਏਗਾ, ਕਦੀ ਉਧਰ ਕੀਤਾ ਜਾਏਗਾ। ਔਰ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਣਾ ਚਾਹੂੰਗੀ, ਇਹ ਜਿਹੜੀ ਕੌਨਫਲਿਕਟ ਹੋ ਰਹੀ ਹੈ ਯੂਕਰੇਨ ਔਰ ਰਸ਼ੀਆ ਦੀ, ਰਸ਼ੀਆ ਨੇ ਕਿਹਾ ਕਿ ਮੈਂ ਆਪਣੀ ਕਰੰਸੀ 'ਚ ਬਿਜ਼ਨਸ ਕਰਨਾ। ਉਹਨਾਂ ਦਾ ਜਿਹੜਾ ਰੂਬਲ ਸੀ that came from 70 to 140, ਉਹਨਾਂ ਦੀ ਸਟਰੈਂਥਨ ਹੋ ਗਈ ਕਰੰਸੀ। ਤੇ ਇਹ ਸਾਰੀਆਂ ਅੱਜ ਕੱਲ ਇੰਟਰਨੈਸ਼ਨਲ ਰਿਲੇਸ਼ਨਸ, ਇਹ ਸਾਰੀਆਂ ਨਵੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ। ਸੰਜੀਵ ਜੀ।
ਬੇਸਿਕਲੀ ਇਟ ਇਜ਼ ਟ੍ਰੇਡ, ਇਟ ਇਜ਼ ਬਿਜ਼ਨਸ। ਸੋ ਕਲਚਰ ਨੂੰ ਨਾਲ ਪ੍ਰਮੋਟ ਕਰੋ, ਕਿਉਂਕਿ ਜਦੋਂ ਤੱਕ ਕਲਚਰਲ ਵੈਲਿਊਜ਼, ਕਲਚਰਲ ਜੜ੍ਹਾਂ ਨਾਲ ਅਸੀਂ ਜੁੜੇ ਰਵਾਂਗੇ, ਉਦੋਂ ਤੱਕ ਹੀ ਅਸੀਂ ਸੇਫ ਹਾਂ, ਡੈਮੋਕ੍ਰੇਸੀ ਨੂੰ ਬਚਾ ਸਕਦੇ ਹਾਂ। ਸੋ ਡੈਮੋਕ੍ਰੇਸੀ ਸਾਰੀ ਸਿਟੀਜ਼ਨਸ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਸਿਟੀਜ਼ਨਸ ਮਿਲ ਕੇ ਆਪਣੇ ਦੇਸ਼ ਨੂੰ ਕਿੱਦਾਂ ਰਨ ਕਰਨਾ ਚਾਹੁੰਦੇ ਹੋ, ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਕੇ ਗਵਰਨਮੈਂਟ ਨੂੰ ਆਪਣੇ ਮੁਤਾਬਿਕ ਕਿੱਦਾਂ ਚਲਾ ਸਕਦੇ ਹੋ। ਔਰ ਜੋ ਸਨਾਤਨ ਡੈਮੋਕ੍ਰੇਸੀ ਹੈ, ਜੇ ਵਨ ਵਰਡ ਦੇ ਵਿੱਚ ਮੈਂ ਇਹਨੂੰ ਸਮ ਅਪ ਕਰਾਂ ਤਾਂ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਕਿਰਤ ਕਰ, ਨਾਮ ਜਪ, ਵੰਡ ਛਕ। ਇਹ ਹੈ ਸਨਾਤਨ ਡੈਮੋਕ੍ਰੇਸੀ ਜੋ ਭਾਰਤ ਦੀ ਧਰਤੀ ਤੋਂ ਪੂਰੀ ਦੁਨੀਆ ਨੂੰ ਸੰਦੇਸ਼ ਜਾਂਦਾ ਹੈ। ਥੈਂਕ ਯੂ ਵੈਰੀ ਮਚ ਆਸ਼ਿਮਾ ਜੀ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਥੈਂਕ ਯੂ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।